ਸੋ ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਪਿਛਲੇ ਕੁਝ ਹਫ਼ਤਿਆਂ ਤੋਂ ਅਸੀਂ ਤੁਹਾਡੇ ਨਾਲ ਪ੍ਰੈਗਨੈਂਸੀ ਅਤੇ ਚਾਈਲਡ ਬਰਥ ਸੀਰੀਜ਼ ਦੇ ਵਿੱਚ ਗੱਲਬਾਤ ਕਰ ਰਹੇ ਤੇ ਸਾਡੇ ਨਾਲ ਆ ਕੇ ਗੁਰਜੀਤ ਮਨਹਾਸ ਜੀ ਗੱਲਬਾਤ ਕਰਿਆ ਕਰਦੇ ਨੇ ਅਤੇ ਸਾਨੂੰ ਦੱਸਦੇ ਨੇ ਕਿ ਇੱਕ ਮਾਤਾ ਜੋ ਹੈ ਅਤੇ ਇੱਕ ਪਰਿਵਾਰ ਦਾ ਕੀ ਰੋਲ ਹੋਣਾ ਚਾਹੀਦਾ ਹੈ, ਕਿਹੜੀਆਂ ਚੀਜ਼ਾਂ ਦਾ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਜਦੋਂ ਬੱਚੇ ਨੇ ਜਨਮ ਲੈਣਾ ਹੈ। ਇਹ ਜਿੱਥੇ ਕਿ ਸਰੀ ਮੈਮੋਰੀਅਲ ਹਸਪੀਟਲ ਵਿੱਚ ਐਜ਼ ਰਜਿਸਟਰਡ ਨਰਸ ਕੰਮ ਵੀ ਕਰਦੇ ਨੇ, ਉਸ ਤੋਂ ਇਲਾਵਾ ਇਹਨਾਂ ਕੋਲ 33 ਸਾਲ ਦਾ ਐਕਸਪੀਰੀਅੰਸ ਹੈ ਇਸ ਫੀਲਡ ਦੇ ਵਿੱਚ ਅਤੇ ਇਹ ਨਰਸਿੰਗ ਸਟੂਡੈਂਟਸ ਨੂੰ ਵੀ ਕੁਆਂਟਮ ਪੋਲੀਟੈਕ ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਨੇ। ਉਸ ਤੋਂ ਇਲਾਵਾ ਇਹਨਾਂ ਦਾ ਇੱਕ ਪ੍ਰੋਗਰਾਮ ਬੜਾ ਮਕਬੂਲ ਹੋ ਰਿਹਾ ਜਿਸ ਦਾ ਨਾਮ ਹੈ ਜੋਇਸ ਬਰਥ ਪ੍ਰੀਨੇਟਲ ਪ੍ਰੈਪਰੇਸ਼ਨ, ਜਿਸ ਦੇ ਵਿੱਚ ਕਿ ਦੱਸਦੇ ਨੇ ਕਿ ਕਿਸ ਤਰੀਕੇ ਨਾਲ ਇਹ ਜਿਹੜਾ ਜਰਨੀ ਹੈ ਇੱਕ ਜੋਇਸ ਹੋਵੇ ਅਤੇ ਖੁਸ਼ੀਆਂ ਭਰੀ ਹੋਵੇ। ਆਓ ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜਦੋਂ ਮਾਤਾ ਗਰਭਵਤੀ ਹੋਈ ਪਈ ਹੈ ਉਸ ਸਮੇਂ ਇਮੋਸ਼ਨਲੀ ਅਤੇ ਉਸ ਤੋਂ ਇਲਾਵਾ ਕਿਸ ਤਰੀਕੇ ਨਾਲ ਜਿਹੜਾ ਟਰੀਟ ਉਹਦੇ ਨਾਲ ਹੋਣਾ ਚਾਹੀਦਾ ਹੈ, ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਉਹਨਾਂ ਨੂੰ ਤਾਂ ਕਿ ਉਹ ਸਫ਼ਰ ਜਿਹੜਾ ਹੈ ਉਹ ਸੁਹਾਵਣਾ ਹੋਵੇ। ਆਓ ਸਵਾਗਤ ਕਰਦੇ ਹਾਂ ਗੁਰਜੀਤ ਮਨਹਾਸ ਜੀ ਦਾ। ਜੀ ਅਨੂ ਜੀ, ਵਾਂਸ ਅਗੇਨ ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ। ਸੋ ਜਦੋਂ ਅਸੀਂ ਲਾਸਟ ਟਾਈਮ ਅਸੀਂ ਫਿਜ਼ੀਕਲ ਪ੍ਰੋਬਲਮਸ ਦੀ ਗੱਲਬਾਤ ਕੀਤੀ ਸੀ, ਚੈਲੰਜ ਜਿਹੜੀ ਮਦਰ ਫੇਸ ਕਰਦੀ ਹੈਗੀ ਹੈ, ਅੱਜ ਚਾਹਾਂਗੇ ਕਿ ਇਮੋਸ਼ਨਲ ਜੋ ਇਸ ਸਮੇਂ ਇੱਕ ਮਾਹੌਲ ਬਣਿਆ ਹੁੰਦਾ ਹੈ, ਕਿਉਂਕਿ ਖਾਸ ਟਾਈਮ 'ਤੇ ਜਿਹੜੇ ਫਸਟ ਟਾਈਮ ਮਦਰ ਬਣਨ ਜਾ ਰਹੀ ਹੈ ਉਸ ਨੂੰ ਤਾਂ ਕਾਫੀ ਇਸ਼ੂਜ਼ ਚੈਲੰਜਸ ਹੁੰਦੇ ਨੇ। ਸੋ ਉਹਦੇ ਸੰਬੰਧ ਵਿੱਚ ਇਮੋਸ਼ਨਲੀ ਕਿਵੇਂ ਉਹਨਾਂ ਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਹੈ? ਇਮੋਸ਼ਨਲ ਔਰ ਮੈਂਟਲ ਦੋਨੋਂ ਟਾਈਡ ਇਨ ਆ ਜੀ, ਕਿਉਂਕਿ ਜਿਸ ਤਰ੍ਹਾਂ ਉਹ ਸੋਚੇਗੀ ਉਸ ਤਰ੍ਹਾਂ ਹੀ ਉਹਦੇ ਇਮੋਸ਼ਨਸ ਹੋਣਗੇ। ਠੀਕ ਹੈ। ਹੁਣ ਸੋਚੇਗੀ ਕਿਸ ਤਰ੍ਹਾਂ ਹੈ ਕਿ ਇਹ ਚੰਗਾ ਹੀ ਸੋਚਣਾ ਚਾਹੀਦਾ, ਰਾਈਟ, ਲੇਕਿਨ ਲਾਈਫ ਇਜ਼ देयर, ਰਾਈਟ। ਹੋ ਸਕਦਾ ਉਹ ਜੌਬ ਅਪਸ ਐਂਡ ਡਾਊਨਸ ਆ देयर, ਹੋ ਸਕਦਾ ਉਹ ਕੋਈ ਜੌਬ ਕਰ ਰਹੀ ਆ, ਹੋ ਸਕਦਾ ਘਰ ਦੇ ਵਿੱਚ ਕੋਈ ਪਰੇਸ਼ਾਨੀ ਆ, ਹੋ ਸਕਦੇ ਕੋਈ ਫਰੈਂਡਸ ਨਾਲ ਉਹਦੀ ਕੋਈ ਹੋ ਗਈ ਗੱਲਬਾਤ, because stress is a part of life as we just mentioned ਜੀ। so ਉਹਦੇ ਨਾਲ ਕਿੱਦਾਂ ਉਹ ਕੋਪ ਕਰਦੀ ਆ, that is very very important ਕਿਉਂਕਿ ਜਿੱਦਾਂ ਉਹ ਸੋਚਦੀ ਆ ਉਸ ਤਰ੍ਹਾਂ ਦੇ ਉਹਦੇ ਇਮੋਸ਼ਨਸ, ਜਿੱਦਾਂ ਦੇ ਉਹਦੇ ਇਮੋਸ਼ਨਸ ਆ, if it stopped at that it would be very good, ਲੇਕਿਨ it doesn't stop there। ਜਿੱਦਾਂ ਦੇ ਉਹਦੇ ਇਮੋਸ਼ਨਸ ਆ ਉਹ ਸਾਰੇ ਟ੍ਰਾਂਸਫਰ ਹੁੰਦੇ ਬੱਚੇ ਨੂੰ। ਠੀਕ। so ਬੱਚਾ instead of getting happy emotions and good ones he gets all those emotions that she is experiencing, ਜਿਸ ਤਰ੍ਹਾਂ ਕਿ sadness ਜਾਂ ਕੋਈ guilt ਜਾਂ depression, anxiety ਜੋ ਉਹ ਮਹਿਸੂਸ ਕਰਦੀ, these are all transferred straight to the baby, okay, and they can lodge in the baby's system and then later on when the child is born, maybe ਕਈ ਵਾਰ 10 ਸਾਲ ਬਾਅਦ, 15 ਸਾਲ ਬਾਅਦ, even more some diseases, symptoms they come up ਬੱਚੇ ਦੇ ਵਿੱਚ, ਔਰ ਫਿਰ ਅਸੀਂ ਸੋਚਦੇ ਹਾਂ ਕਿ ਇਹ ਸਾਡੇ ਬੱਚੇ ਨਾਲ ਕਿਉਂ ਹੋ ਗਿਆ, ਲੇਕਿਨ when you go back and trace it to pregnancy ਫਿਰ ਸਾਨੂੰ ਯਾਦ ਆਉਂਦਾ ਕਿ ਜਦੋਂ ਪ੍ਰੈਗਨੈਂਸੀ ਦੇ ਵਿੱਚ ਆ ਮੇਰੇ ਨਾਲ ਘਟਨਾ ਵਾਪਰੀ ਸੀਗੀ ਔਰ ਇਹਦੇ ਨਾਲ ਮੈਂ ਇੰਨੀ ਡਿਸਟਰਬ ਹੋ ਗਈ ਸੀਗੀ ਕਿ it really shook my whole system up ਜੀ। ਤਾਂ ਉਹਦਾ ਅਸਰ ਬੱਚੇ ਤੇ ਕਿੰਨਾ ਪੈਂਦਾ ਇਹ ਤਾਂ ਬਾਅਦ ਵਿੱਚ ਹੀ ਪਤਾ ਚੱਲਦਾ ਹੈ। ਠੀਕ ਹੈ ਜੀ। ਸੋ ਸਟ੍ਰੈਸ ਦੀ ਮੈਨੇਜਮੈਂਟ ਦੀ ਜਿਹੜੀ ਤੁਸੀਂ ਗੱਲ ਕੀਤੀ ਇਹ ਬਹੁਤ ਜ਼ਰੂਰੀ ਹੈਗੀ, ਖਾਸ ਤੌਰ 'ਤੇ ਗਰਭਵਤੀ ਮਾਤਾ ਹੈਗੀ ਹੈ। ਪਰ ਅਗੇਨ ਜਿਹੜੀ ਸਟ੍ਰੈਸ ਵੀ ਹੁੰਦੀ ਹੈ, ਇਨਵਾਇਰਨਮੈਂਟ ਬੜਾ ਵੱਡਾ ਇੱਕ ਰੋਲ ਪਲੇ ਕਰਦੀ ਹੈ ਅਤੇ ਘਰ ਵਿੱਚ ਕਿਹੋ ਜਿਹਾ ਮਾਹੌਲ ਹੈ ਉਹਦਾ ਬੜਾ ਅਸਰ ਪੈਂਦਾ ਹੈ। ਜੇਕਰ ਕੋਈ ਜੁਆਇੰਟ ਫੈਮਿਲੀ 'ਚ ਰਹਿ ਰਹੇ ਹੋ ਤਾਂ ਤੁਹਾਨੂੰ ਕਿਸ ਤਰੀਕੇ ਨਾਲ ਤੁਹਾਡੇ ਘਰ ਵਾਲੇ ਟਰੀਟ ਕਰ ਰਹੇ ਨੇ, ਕਿਸ ਤਰੀਕੇ ਦਾ ਮਾਹੌਲ ਹੈ। ਸੋ ਉਸ ਸੰਬੰਧ ਵਿੱਚ ਜਦੋਂ ਮਾਹੌਲ ਤਾਂ ਚੇਂਜ ਕੀਤਾ ਨਹੀਂ ਜਾ ਸਕਦਾ ਕਈ ਵਾਰੀ, ਤਾਂ ਕਿਵੇਂ ਕੋਪ ਅਪ ਕੀਤਾ ਜਾਏ, ਉਹਦੇ ਬਾਰੇ ਕੀ ਰਿਕਮੈਂਡੇਸ਼ਨ ਹੋਏਗੀ ਤੁਹਾਡੀ? ਦੇਖੋ, ਮਾਹੌਲ ਤੁਸੀਂ ਰਾਈਟਲੀ ਕਿਹਾ, ਤੁਸੀਂ ਉਹਨਾਂ ਨੂੰ ਛੱਡ ਨਹੀਂ ਸਕਦੇ, ਤੁਹਾਡੇ ਰਿਸ਼ਤੇਦਾਰ ਆ ਜਾਂ ਤੁਹਾਡੇ ਘਰ ਵਾਲੇ ਆ ਜਾਂ ਵਟਐਵਰ ਤੁਹਾਡੇ ਆਲੇ ਦੁਆਲੇ ਜਿਹੜੇ ਵੀ ਬੰਦੇ ਆ, you cannot leave them sometimes. The best thing of course is to leave them, but that's not possible, right? So you can just change yourself, that means change your state ਜੀ। ਤੁਹਾਡਾ thought pattern ਜਿੱਦਾਂ ਹੀ change ਹੋਇਆ ਤੁਹਾਡਾ ਸਾਰਾ ਕੁਝ change ਹੋ ਜਾਣਾ। ਔਰ ਉਹ ਕਿਸ ਤਰ੍ਹਾਂ ਕਰਨਾ, there are many ways ਜੀ। one is ਤੁਸੀਂ ਇਮੀਡੀਏਟਲੀ ਆਪਣੇ ਕਈ ਵਾਰ ਤਾਂ ਸੁਜੈਸਟ ਕਰਦੇ ਕਿ ਰਬਰ ਬੈਂਡ ਇੱਥੇ ਲਾ ਲਓ, ਜਿੱਦਾਂ ਹੀ ਤੁਹਾਡੇ ਖਿਆਲ ਬਿਕਾਜ਼ ਆਫ ਵਾਟਸ ਗੋਇੰਗ ਔਨ ਗਲਤ ਹੋਣੇ ਸ਼ੁਰੂ ਹੋਏ ਉਹ ਰਬਰ ਬੈਂਡ ਨੂੰ ਖਿੱਚ ਲਓ ਔਰ ਕਹੋ ਕੈਂਸਲ ਕੈਂਸਲ। ਠੀਕ। ਕੈਂਸਲ ਕਰਨ ਨਾਲ ਉਹ ਥਾਟਸ ਨੂੰ ਤੁਸੀਂ ਇਮੀਡੀਏਟਲੀ ਇੱਕਦਮ ਯੂ ਗੈਟ ਅ ਜੋਲਟ ਟੂ ਯਰ ਸਿਸਟਮ ਐਂਡ ਯੂ ਚੇਂਜ ਯਰ ਥਾਟਸ ਜੀ। ਦੂਸਰਾ ਹੈ ਤੁਸੀਂ ਇੱਕ ਜਗ੍ਹਾ ਬੈਠੇ ਆ, ਉੱਠ ਕੇ ਦੂਸਰੀ ਜਗ੍ਹਾ ਚਲੇ ਜਾਓ। ਉਹਦੇ ਨਾਲ ਵੀ ਜਸਟ ਵੈਨ ਯੂ ਚੇਂਜ ਯਰ এনवायरमेंट, maybe go to another room, maybe ਘਰ ਤੋਂ ਬਾਹਰ ਥੋੜਾ ਵਾਕ ਲਈ ਚਲੇ ਜਾਓ, everything will change by the time ਤੁਸੀਂ ਵਾਪਸ ਆਉਣਾ ਤੁਹਾਡੇ ਥਾਟਸ ਸਾਰੇ ਚੇਂਜ ਹੋਏ। going into nature is the best thing you can do। ਠੀਕ। ਔਰ ਕਈ ਵਾਰ ਜਦੋਂ ਤੁਹਾਡੇ ਏਦਾਂ ups and downs ਹੁੰਦੇ, that means you get ungrounded, so grounding the best ways ਆ walking on the grass ਜੀ। sometimes ਤੁਸੀਂ ਕਹੋਗੇ grass is not there ਜਾਂ ਮਿੱਟੀ ਤੇ ਵੀ ਚੱਲਣਾ ਠੀਕ ਆ, ਨੰਗੇ ਪੈਰੀਂ ਜੁੱਤੀਆਂ ਦੇ ਨਾਲ ਨਹੀਂ। ਦੂਸਰਾ ਹੈਗਾ tree hugging, ਤੁਸੀਂ ਬਾਹਰ ਜਾ ਕੇ ਜਸਟ ਕੋਈ ਵੀ ਟਰੀ ਨਾਲ ਏਦਾਂ ਜਸਟ ਹਗਿੰਗ ਕਰਕੇ ਖੜੇ ਹੋ ਜਾਓ, ਉਹ ਟਰੀ ਦੀ એનર્ਜੀ ਤੁਹਾਡੇ ਨਾਲ ਇੰਨੀ ਆਏਗੀ ਕਿ ਤੁਹਾਡੇ ਇਮੋਸ਼ਨਲਸ ਜਿਹੜੇ ਸਾਰੇ ਉਹ ਬੈਲੈਂਸ ਦੇ ਵਿੱਚ ਆ ਜਾਂਦੇ ਆ ਜੀ। that is very very powerful। ਓਕੇ। ਔਰ ਇੱਕ ਹੋਰ ਹੈਗਾ ਕਿ ਸਿੰਪਲੀ ਸਿਟ ਐਂਡ ਸਟਾਰਟ ਲੁਕਿੰਗ ਐਟ ਦ ਸਕਾਈ। ਅੱਛਾ ਜੀ।
ਜਿਹੜੇ ਕਹਿੰਦੇ ਨਾ ਕਿ ਆਸਮਾਨ 'ਚ ਦੇਖਦੇ ਆ, ਐਕਚੁਅਲੀ that is the best balancer of your emotions that I can talk about. ਓਕੇ, ਦੈਟਸ ਇੰਟਰਸਟਿੰਗ. ਥਾਟਸ ਦੀ ਜਿਹੜੀ ਤੁਸੀਂ ਜ਼ਿਕਰ ਕੀਤਾ ਹੈਗਾ, ਥਾਟਸ ਤਾਂ ਆਣੇ ਹੀ ਆਣੇ ਨੇ, ਉਹ ਡਿਪੈਂਡ ਕਰਦਾ ਕਿ ਪੋਜ਼ਿਟਿਵ ਨੇ ਜਾਂ ਨੈਗੇਟਿਵ ਨੇ, ਜਾਂ ਤੁਹਾਡੀ ਕੀ ਬਿਰਤੀ ਹੈ, ਕਿਸ ਪਾਸੇ ਤੁਸੀਂ ਜ਼ਿਆਦਾ ਸੋਚਦੇ ਹੈਗੇ ਹੋ. ਇਹਦੇ ਸੰਬੰਧ ਵਿੱਚ ਦੱਸੋ ਕਿ ਇਸ ਸਮੇਂ ਜਦੋਂ ਮਾਂ ਗਰਭਵਤੀ ਹੈਗੀ ਹੈ, ਉਸ ਸਮੇਂ ਇਹਦਾ ਕਿੰਨਾ ਕੋਈ ਇੰਪੈਕਟ ਪੈਂਦਾ, ਤੇ ਕਿਵੇਂ ਜੇਕਰ ਨੈਗੇਟਿਵ ਥਾਟਸ ਵਾਲੇ ਪਾਸੇ ਜ਼ਿਆਦਾ ਤੁਹਾਡਾ ਝੁਕਾਅ ਹੈ ਤਾਂ ਉਹਨੂੰ ਤੁਸੀਂ ਟਰਨ ਅਰਾਊਂਡ ਕਰ ਸਕਦੇ ਹੋ ਟੂਵਰਡਸ ਪੋਜ਼ਿਟਿਵ? ਮੈਂ ਇਹ ਕਹੂੰਗੀ ਕਿ ਨੈਗੇਟਿਵ ਬਹੁਤ ਜ਼ਿਆਦਾ ਫੈਲਿਆ ਹੋਇਆ, ਕਿਉਂਕਿ ਕੋਈ ਤੁਹਾਡੇ ਘਰ ਆਉਂਦਾ ਜੀ, ਉਹ ਕਹਿੰਦਾ ਅੱਛਾ ਤੁਸੀਂ ਪ੍ਰੈਗਨੈਂਟ ਆ, ਮੈਂ ਤੁਹਾਨੂੰ ਦੱਸ ਦਾਂਗੇ ਮੇਰੇ ਬਰਥ ਟਾਈਮ ਤੇ ਕੀ ਹੋਇਆ. ਐਂਡ ਦ ਸੈਡੈਸਟ, ਦ ਮੋਸਟ ਪਿਕਚਰ, ਗ੍ਰਾਫਿਕ ਪਿਕਚਰ ਦੇ ਵਿੱਚ ਉਹ ਤੁਹਾਨੂੰ ਦੱਸਣਗੇ ਕਿ ਹਾਊ ਐਵਰੀਥਿੰਗ ਵੈਂਟ ਰੋਂਗ. ਰਾਈਟ. ਬਹੁਤ ਘੱਟ ਆ ਜਿਹੜੇ ਕਹਿਣਗੇ ਇਟ ਵਾਜ਼ ਈਜ਼ੀ ਐਂਡ ਇਟ ਵਾਜ਼ ਫੈਂਟੈਸਟਿਕ, ਪਰ ਮੋਸਟਲੀ ਉਹ ਸਾਰੀਆਂ ਗਲਤ ਜੋ ਚੀਜ਼ਾਂ ਹੋਈਆਂ ਉਹ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਨਗੇ. ਜੀ. ਜਿੱਦਾਂ ਹੀ ਕੋਈ ਏਦਾਂ ਸ਼ੁਰੂ ਕਰਦਾ ਆਪਣੀਆਂ ਆਰਾਮ ਕਹਾਣੀਆਂ ਪਾਉਣੀਆਂ, ਬੇਸਿਕਲੀ ਆਈ ਵੁੱਡ ਸੁਜੈਸਟ ਉੱਥੋਂ ਉੱਠ ਕੇ ਤੁਸੀਂ ਕੋਈ ਵੀ ਬਹਾਨਾ ਬਣਾ ਕੇ ਕਹੋ ਆਈ ਨੀਡ ਟੂ ਯੂਜ਼ ਦ ਵਾਸ਼ਰੂਮ, just leave the room. Because not only is that affecting you mentally and emotionally, your baby is also getting affected. So that is the first thing. Stop the negative thoughts right there. Just leave the situation. Right. I know it can offend somebody, but make a polite excuse and leave. ਠੀਕ ਹੈ ਜੀ. But do not engage in their conversation. ਠੀਕ ਹੈ. ਹਾਂ ਛਾਂ ਨਾ ਮਿਲਾਓ ਤੇ ਤੁਸੀਂ ਉੱਥੋਂ ਕੋਸ਼ਿਸ਼ ਕਰੋ ਬਾਹਰ ਜਾਣ ਦੀ. ਬਾਹਰ ਜਾਣ ਦਾ. That's a firm suggestion. ਬਾਕੀ ਮੈਂ ਨੋਟਿਸ ਕੀਤਾ ਕਿ ਮੈਡੀਟੇਸ਼ਨ ਕਰਨ ਨਾਲ ਵੀ ਕਾਫੀ ਹੈਲਪਫੁਲ ਹੁੰਦਾ. ਤੁਸੀਂ ਜਦੋਂ ਮੈਡੀਟੇਟ ਕਰਦੇ ਆ ਜਾਂ ਪਾਠ ਕਰਦੇ ਆ, that is so good because it balances you and keeps you in that calm situation, calm sense. ਉਸ ਤੋਂ ਇਲਾਵਾ ਕਿਤਾਬਾਂ ਜਿਹੜੀਆਂ ਨੇ, ਜਿਹੜੀਆਂ ਕਿ ਪੋਜ਼ਿਟਿਵ ਐਫਰਮੇਸ਼ਨਸ ਜਾਂ ਪੋਜ਼ਿਟਿਵ ਕਿਤਾਬਾਂ ਜਿਹੜੀਆਂ ਨੇ, ਕੀ ਉਹ ਵੀ ਕੋਈ ਰੋਲ ਨਿਭਾ ਸਕਦੀਆਂ? They do help, ਲੇਕਿਨ ਉਸ ਤੋਂ ਜ਼ਿਆਦਾ ਇੰਪੋਰਟੈਂਟ ਹੈ feeling good and feeling happy. Okay. So happy, ਜੇ ਤੁਸੀਂ happy ਆ ਕੋਈ ਕਿਤਾਬ ਪੜ੍ਹ ਕੇ you read that book. ਜੇ ਤੁਸੀਂ happy feel ਕਰਦੇ ਆ walk ਲਈ ਜਾਣ ਨੂੰ, you go for a walk. ਜੇ ਤੁਸੀਂ happy feel ਕਰਦੇ ਆ ਕੋਈ movie ਦੇਖਣ ਨੂੰ, go and watch the happiness is more important than affirmations. Affirmations have their place too. Right. Laughter again can play a very important role, ਕਿਉਂਕਿ ਕਾਮੇਡੀ ਦੀ ਜਾਂ ਮੂਵੀ ਦੇਖ ਲਓ ਤੁਸੀਂ, ਜਾਂ ਕੁਝ ਹੋਰ ਜਿਸ ਦੇ ਨਾਲ ਕਿ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ. ਖੁਸ਼ ਰਹਿਣਾ ਸਭ ਤੋਂ ਬਾਟਮ ਲਾਈਨ ਇਜ਼ ਖੁਸ਼ ਰਹਿਣਾ. ਰਾਈਟ. ਪਰ ਕਈ ਵਾਰੀ ਕੀ ਹੁੰਦਾ ਜੀ, ਉਹ ਖੁਸ਼ ਰਹਿਣ ਦੀ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ, ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ, ਕੋਈ ਆਇਆ ਕੁਝ ਦੱਸ ਗਿਆ, ਚੰਗਾ ਤਾਂ ਬਹੁਤ ਵਾਰੀ ਹੋਇਆ ਵੀ ਹੋਏ, ਤੇ ਅਸੀਂ ਕੋਸ਼ਿਸ਼ ਕਰਨੇ ਕੋਈ ਜਿਹੜਾ ਨੈਗੇਟਿਵ ਆਸਪੈਕਟ ਹੈ ਉਸ ਨੂੰ ਅਸੀਂ ਅੱਗੇ ਲੈ ਕੇ ਆਉਂਦੇ ਹੈਗੇ. ਉਸ ਸਮੇਂ ਤੁਸੀਂ ਇੱਕ ਤਾਂ ਕਹਿ ਦਿੱਤਾ ਕਿ ਜੀ ਫੋਰ ਐਗਜ਼ਾਮਪਲ ਕਿ ਚਲੋ ਤੁਸੀਂ ਕੋਸ਼ਿਸ਼ ਕਰੋ ਬਾਹਰ ਜਾਣ ਦੀ, ਪਰ ਨਹੀਂ ਨਿਕਲ ਸਕ ਰਹੇ, ਯੂ ਆਰ ਜਸਟ ਉੱਥੇ ਨਹੀਂ ਤੁਹਾਡੇ ਕੋਲੋਂ ਵਸ ਤੁਹਾਡਾ ਚੱਲ ਰਿਹਾ ਹੈਗਾ, ਉਸ ਸਮੇਂ ਫਿਰ ਕੀ ਕੀਤਾ ਜਾਏ? ਉਸ ਸਮੇਂ ਸਟੇਟ ਚੇਂਜ ਕਰੋ, ਯਾਨੀ ਕਿ ਡੂ ਸਮਥਿੰਗ ਡਿਫਰੈਂਟ. ਜਦੋਂ ਤੁਸੀਂ ਕੋਈ ਵੀ ਚੀਜ਼ ਅਲੱਗ ਕਰਦੇ ਆ, ਤੁਹਾਡਾ ਧਿਆਨ ਉਸ ਚੀਜ਼ 'ਚ ਜਾਂਦਾ ਔਰ ਉਹ ਮਾੜੀ ਚੀਜ਼ ਤੋਂ ਹਟ ਜਾਂਦਾ. ਸੋ ਦੈਟਸ ਦ ਵਨ ਥਿੰਗ ਯੂ ਕੈਨ ਡੂ ਰਾਈਟ ਅਵੇ. ਰਾਈਟ. ਕਿ ਸਟੇਟ ਚੇਂਜ ਕਰੋ, ਇਹਨੂੰ ਕਹਿੰਦੇ ਆ. ਓਕੇ. ਗੁਰਜੀਤ ਜੀ, ਮਿਊਜ਼ਿਕ ਦਾ ਕਿੰਨਾ ਕੁ ਇੰਪੈਕਟ ਪੈਂਦਾ ਹੈ ਇਸ ਸਮੇਂ ਦੇ? ਸੂਦਿੰਗ ਮਿਊਜ਼ਿਕ ਜਿਹੜਾ ਹੈਗਾ, ਇੱਕ ਤਾਂ ਹੁੰਦਾ ਭੜਕੀਲਾ ਮਿਊਜ਼ਿਕ, ਇੱਕ ਹੈਗਾ ਜਿਹੜਾ ਸੂਦਿੰਗ ਮਿਊਜ਼ਿਕ ਹੈ, ਉਹਦੇ ਬਾਰੇ ਕੀ ਕਹੋਗੇ ਤੁਸੀਂ? ਸੂਦਿੰਗ ਮਿਊਜ਼ਿਕ ਇਜ਼ ਐਨ ਇੰਡੀਵਿਜੂਅਲ ਪ੍ਰੈਫਰੈਂਸ, ਇਨ ਦ ਸੈਂਸ ਕਿ ਜੇ ਇੱਕ ਚੀਜ਼ ਤੁਹਾਨੂੰ ਸੂਦਿੰਗ ਔਰ ਵਧੀਆ ਲੱਗਦੀ ਆ, ਹੋ ਸਕਦਾ ਦੂਸਰੇ ਨੂੰ ਨਾ. ਸੋ ਵਟਐਵਰ ਤੁਹਾਨੂੰ ਖੁਦ ਨੂੰ, ਲਾਈਕ ਜਿਹੜੀ ਪ੍ਰੈਗਨੈਂਟ ਲੇਡੀ ਆ, ਜਿਹੜਾ ਮਿਊਜ਼ਿਕ ਉਹਨੂੰ ਪਸੰਦ ਆ, ਵਿਚ ਕਾਮਸ ਹਰ, ਵਿਚ ਗਿਵਸ ਹਰ ਪਲੇਜ਼ਰ, ਉਹੀ ਸੁਣਨ 'ਚ ਫਾਇਦਾ ਆ. ਨਾ ਕਿ ਉਹਦਾ ਹਸਬੈਂਡ ਆ ਕੇ ਕਵੇ ਕਿ ਆਹ ਬੜਾ ਸੂਦਿੰਗ ਮਿਊਜ਼ਿਕ ਆ ਔਰ ਉਹਨੂੰ ਘਬਰਾਹਟ ਸ਼ੁਰੂ ਹੋ ਜਾਵੇ. ਠੀਕ ਹੈ. ਸੋ ਆਪਣੀ ਜਿਹੜੀ ਪ੍ਰੈਫਰੈਂਸ ਹੈਗੀ ਉਹਨੂੰ ਤੁਸੀਂ ਤਰਜੀਹ ਦਿਓ, ਨਾ ਕਿ ਕਿਸੇ ਹੋਰ ਦੇ ਬਾਰੇ ਸੋਚੋ. ਐਂਡ ਅਗੇਨ, ਕਿਉਂਕਿ ਇਹ ਇੱਕ ਐਸਾ ਸਮਾਂ ਹੁੰਦਾ ਜਿਸ ਦੇ ਵਿੱਚ ਕਿ ਐਂਗਜ਼ਾਈਟੀ ਬਹੁਤ ਹੁੰਦੀ ਹੈਗੀ ਹੈ, ਜੋ ਕੁਝ ਸੁਣ ਰਿਹਾ ਵਿਅਕਤੀ ਉਹ ਅਬਜ਼ੌਰਬ ਕਰ ਰਿਹਾ ਹੈਗਾ. ਫੈਮਿਲੀ ਦਾ ਇਹਦੇ 'ਚ ਕੀ ਰੋਲ ਹੁੰਦਾ, ਤੇ ਖਾਸ ਤੌਰ 'ਤੇ ਹਸਬੈਂਡ ਦਾ ਕੀ ਰੋਲ ਹੋਣਾ ਚਾਹੀਦਾ ਹੈ? ਫੈਮਿਲੀ ਦਾ ਹਸਬੈਂਡ ਹੋਵੇ ਚਾਹੇ ਮਦਰ ਇਨ ਲਾ ਹੋਵੇ, they should understand ਕਿ mood up and down ਇਹਦਾ ਜਾਣਾ ਆ, and try to support her and keep her happy. Because ਉਹਨੂੰ happy ਰੱਖਣ ਨਾਲ it's like the joy and happiness is in the whole family. So it's give and take. If they keep her happy, they will be happy themselves too. ਸ਼ੁਕਰੀਆ ਜੀ, ਇਹ ਜਾਣਕਾਰੀ ਤੁਸੀਂ ਦਿੱਤੀ, ਜਿਹੜੀ ਇਮੋਸ਼ਨਲ ਅਤੇ ਥਾਟਸ ਦੇ ਬਾਰੇ ਤੁਸੀਂ ਗੱਲ ਕੀਤੀ, ਕਿਉਂਕਿ ਅਗੇਨ ਥਾਟਸ ਆਰ ਦ ਵਨਸ ਵਿਚ ਕ੍ਰੀਏਟ ਯੋਰ ਵਰਲਡ. ਤੁਸੀਂ ਕਿਸ ਪਾਸੇ ਨੂੰ ਲਿਜਾਣਾ ਚਾਹੁੰਦੇ ਹੋ, ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ. ਆਮ ਤੌਰ 'ਤੇ ਅਸੀਂ ਜਦੋਂ ਬਲੇਮ ਗੇਮ ਵਿੱਚ ਪੈ ਜਾਂਦੇ ਹਾਂ ਕਿ ਜੀ ਇਹ ਨਹੀਂ ਹੋਇਆ ਤੇ ਉਹ ਨਹੀਂ ਹੋਇਆ, ਤਾਂ ਇਸ ਸਮੇਂ ਮਾਂ ਜਿਹੜੀ ਹੈਗੀ ਹੈ ਬਣਨ ਵਾਲੀ, ਉਹ ਜੇ ਇਹਨਾਂ ਚੀਜ਼ਾਂ ਵੱਲ ਧਿਆਨ ਦੇ ਤਾਂ ਆਟੋਮੈਟਿਕਲੀ ਉਹਦਾ ਬੜਾ ਪੋਜ਼ੀਟਿਵ ਇੰਪੈਕਟ ਹੈ ਬੱਚਿਆਂ 'ਤੇ ਪਏਗਾ. ਥੈਂਕ ਯੂ ਫॉर ਯਰ ਟਾਈਮ.